ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 12ਵੀਂ ਪਦ 6ਵਾਂ ਬਾਰੇ ਵਿਚਾਰ ਕਰਨ ਜਾ ਰਹੇ ਹਾਂ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ ਉੱਤੇ ਇੰਨਾ ਸਿਆਣਾ ਨਹੀਂ ਹੈ ਜਿਹੜਾ ਗੁਰੂ ਦੀ ਸਿਆਣਪ ਨੂੰ ਹੂੰ ਬਹੂ ਸਮਝ ਸਕੇ। ਜਿੰਨੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਉਹਨਾਂ ਪ੍ਰਾਣੀ ਬੋਲਦਾ ਹੈ, ਸੁਣਦਾ ਹੈ ਅਤੇ ਵਿਚਾਰਦਾ ਹੈ। ਸੁਖਮਣੀ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ 24,000 ਅੱਖਰਾਂ ਦੀ ਵਰਤੋਂ ਕੀਤੀ ਹੈ ਅਤੇ 24 ਘੰਟੇ ਦਿਨ ਅਤੇ ਰਾਤ ਸਮੇਂ ਦੀ ਮੁੱਢਲੀ ਪ੍ਰਕਿਰਿਆ ਹੈ। ਪ੍ਰਾਣੀ ਸਵਾਸਾਂ ਨਾਲ ਜੀਵਤ ਹੈ। 1 ਘੰਟੇ ਦੇ ਵਿੱਚ 1000 ਸਵਾਸ ਐਵਰੇਜ ਇਨਸਾਨ ਲੈਂਦਾ ਹੈ। 24 ਘੰਟਿਆਂ ਦੇ ਵਿੱਚ 24,000 ਸਵਾਸ ਲੈਂਦਾ ਹੈ। ਇੱਕ ਇੱਕ ਅੱਖਰ ਸੱਚੇ ਪਾਤਸ਼ਾਹ ਨੇ ਪ੍ਰਾਣੀ ਦੇ ਸਵਾਸਾਂ ਦੇ ਨਾਲ ਜੋੜਿਆ ਹੈ। ਸਾਰੇ ਦਾ ਸਾਰਾ ਜੀਵਨ ਮੁਕਤ ਕਰਨ ਦੇ ਲਈ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਬਹੁਤ ਹੀ ਪਿਆਰੀ ਵਿਧੀ ਸਾਨੂੰ ਸਮਝਾਈ ਹੈ। 8 ਪਹਿਰ ਹਨ, ਜਿਹੜੇ 3 ਘੰਟੇ ਤੋਂ 1 ਪਹਿਰ ਬਣਦਾ ਹੈ। ਇੱਕ ਅਸ਼ਟਪਦੀ ਦੇ 8 ਪਦ ਹਨ। ਸੱਚੇ ਪਾਤਸ਼ਾਹ ਨੇ ਨਾਂ ਹੀ ਇਸ ਕਰਕੇ ਰੱਖਿਆ ਹੈ ਕਿ 8 ਪਦਾਂ ਵਾਲੀ ਅਸ਼ਟਪਦੀ। ਪ੍ਰਾਣੀ ਆਪਣੇ ਗ੍ਰਸਤ ਦੇ ਵਿੱਚ ਰਹਿੰਦਾ ਹੋਇਆ, ਕੰਮ ਧੰਦਾ ਕਰਦਾ ਹੋਇਆ ਆਪਣੇ ਜੀਵਨ ਨੂੰ ਸਫਲਾ ਕਰ ਸਕਦਾ ਹੈ। ਜੇ ਮਾਇਆ ਵੱਲੋਂ ਇੱਕ ਧਿਆਨ ਹਟਾ ਕੇ ਗੁਰੂ ਦੇ ਸਿਮਰਨ ਵੱਲ ਲਗਾ ਦੇਵੇ, ਪ੍ਰਾਣੀ ਇੱਕੋ ਸਮੇਂ ਕਈ ਧਿਆਨ ਧਾਰ ਸਕਦਾ ਹੈ। ਜਿਸ ਤਰ੍ਹਾਂ ਅਸੀਂ ਗੱਡੀ ਚਲਾਉਂਦੇ ਹਾਂ ਅਤੇ ਨਾਲ ਹੀ ਸੁਣਦੇ ਹਾਂ, ਨਾਲ ਬੈਠੇ ਮੁਸਾਫਰਾਂ ਦੇ ਨਾਲ ਗੱਲਾਂ ਕਰਦੇ ਹਾਂ, ਕੋਈ ਟੈਲੀਫੋਨ ਆ ਜਾਂਦਾ ਹੈ। ਸੁਭਾਵਕ ਹੀ ਜਿਹੜਾ ਪ੍ਰਭੂ ਨੇ ਸਰੀਰ ਬਣਾਇਆ ਹੈ, ਇਹਦੀ ਚੇਤਨਤਾ ਦੇ ਨਾਲ ਅਸੀਂ ਕਈ ਕੰਮ ਇੱਕੋ ਸਮੇਂ ਕਰ ਸਕਦੇ ਹਾਂ। ਸੱਚੇ ਪਾਤਸ਼ਾਹ ਨੇ ਗ੍ਰਸਤ ਦੇ ਵਿੱਚ ਰਹਿੰਦੇ ਹੋਏ ਪ੍ਰਭੂ ਦੇ ਨਾਲ ਹਮੇਸ਼ਾ ਜੁੜੇ ਰਹਿਣ ਦੇ ਲਈ ਸਾਨੂੰ ਇਹ ਇੱਕ ਤਰੀਕਾ ਸਮਝਾਇਆ ਹੈ ਕਿ ਇੱਕ ਇੱਕ ਸੈਕਿੰਡ, ਇੱਕ ਇੱਕ ਪਲ, ਇੱਕ ਇੱਕ ਛਿਨ ਹਮੇਸ਼ਾ ਹੀ ਪ੍ਰਭੂ ਦੇ ਨਾਲ ਕਨੈਕਟਡ ਰਹਿਣ ਦਾ ਇਹ ਤੌਰ ਤਰੀਕਾ, ਜਿਹੜਾ ਕਿ ਮਾਇਆ ਨਾਲੋਂ ਤੋੜ ਲੈਂਦਾ ਹੈ ਅਤੇ ਇਨਸਾਨ ਦਾ ਜੀਵਨ ਹੈ ਜਿਹੜਾ ਸਫਲ ਬਣ ਜਾਂਦਾ ਹੈ। ਕੁਦਰਤ ਦੀ ਪ੍ਰਕਿਰਿਆ ਹੈ, ਜਿੱਧਰ ਜ਼ਿਆਦਾ ਲਿਸ਼ਕਾਉਂਦਾ ਮਾਹੌਲ ਹੈ ਉੱਧਰ ਨੂੰ ਮਨ ਡੋਲਦਾ ਹੈ। ਬਿਲਕੁਲ ਮਾਇਆ ਆਪਣੇ ਵੱਲ ਖਿੱਚਣ ਦੇ ਲਈ ਪ੍ਰਾਣੀ ਨੂੰ ਬਹੁਤ ਹੀ ਉਤਸ਼ਾਹਤਾ ਪੈਦਾ ਕਰ ਦਿੰਦੀ ਹੈ ਅਤੇ ਫਿਰ ਇਨਸਾਨ ਮੁੜ ਕੇ ਪ੍ਰਭੂ ਵੱਲ, ਜਿਹਨੇ ਇਹਨੂੰ ਬਣਾਇਆ ਹੈ, ਉੱਧਰ ਜਾਣ ਦਾ ਮਨ ਨਹੀਂ ਬਣਾ ਸਕਦਾ। ਫਸ ਜਾਂਦਾ ਚਿੱਕੜ ਦੇ ਵਿੱਚ, ਜਿਲਨ ਦੇ ਵਿੱਚ, ਜਿਹੜਾ ਕਿ ਉਹਦੀ ਕਿਰਪਾ ਦੇ ਨਾਲ ਹੀ ਨਿਕਲ ਸਕਦਾ ਹੈ। ਇਸ ਅਸ਼ਟਪਦੀ ਦੇ ਵਿੱਚ ਸੱਚੇ ਪਾਤਸ਼ਾਹ ਉਸਤਤ ਕਰ ਰਹੇ ਹਨ ਪ੍ਰੀਤਮ ਪਿਆਰੇ ਪ੍ਰਭੂ ਦੀ। ਉਹ ਕਿੰਨਾ ਮਹਾਨ ਹੈ। ਜੋ ਕੁਝ ਅੱਖਾਂ ਦੇ ਨਾਲ ਨਜ਼ਰ ਆਉਂਦਾ ਹੈ, ਕੰਨਾਂ ਦੇ ਨਾਲ ਸੁਣਿਆ ਜਾਂਦਾ ਹੈ, ਦਰਅਸਲ ਉਹਦੀ ਹੀ ਲੀਲਾ ਹੈ। ਹਰ ਸ਼ੈ ਦੇ ਵਿੱਚ ਉਹ ਵਸਿਆ ਹੋਇਆ ਹੈ। ਪ੍ਰਾਣੀ ਦੇ ਮਨ ਦੇ ਵਿੱਚ ਹਮੇਸ਼ਾ ਉਹ ਰਹਿੰਦਾ ਹੈ, ਪਰ ਇਨਸਾਨ ਨੂੰ ਇਹ ਪਤਾ ਨਹੀਂ ਚੱਲਦਾ ਕਿ ਮੈਂ ਪ੍ਰਭੂ ਦਾ ਸੰਗ ਕਰ ਰਿਹਾ ਹਾਂ,
ਨਹੀਂ ਤਾਂ ਉਹ ਆਪਣੀ ਮਨਮੁਖਤਾ ਵੱਲ ਕਦੇ ਵੀ ਨਾ ਜਾਵੇ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਕਰਨ ਕਰਾਵਣ ਕਰਨੇ ਹਾਰ, ਤਿੰਨ ਲਫ਼ਜ਼, ਤਿੰਨ ਸ਼ਬਦ ਨੇ। ਕਰਨ, ਜਿਵੇਂ ਕੋਈ ਵੀ ਆਪਾਂ ਕੰਮ ਕਰਦੇ ਹਾਂ। ਕਰਾਵਣ, ਕਿਸੇ ਨੂੰ ਕਹਿ ਦੇਣਾ, ਕਰਵਾ ਲੈਣਾ। ਕਰਨੇ ਹਾਰ, ਪੂਰੇ ਦਾ ਪੂਰਾ ਸਮਰੱਥ। ਤਿੰਨੇ ਹੀ ਕੰਮ ਕਰਨ, ਕਰਾਵਣ, ਕਰਨੇ ਹਾਰ ਪ੍ਰਭੂ ਆਪ ਹੀ ਹੈ। ਸਮਰੱਥ ਵੀ ਹੈ, ਡੈਲੀਕੇਟ ਵੀ ਕਰ ਸਕਦਾ ਕਿਸੇ ਨੂੰ, ਕਿਸੇ ਤੋਂ ਕਰਵਾ ਵੀ ਸਕਦਾ ਹੈ। ਜਿਹੜਾ ਕੰਮ ਹੈ ਉਹ ਵੀ ਆਪ ਹੀ ਹੈ। ਕਰਨ ਕਰਾਵਣ ਕਰਨੇ ਹਾਰ, ਇਸਕੇ ਹਾਥ ਕਹਾਂ ਵਿਚਾਰ। ਸੱਚੇ ਪਾਤਸ਼ਾਹ ਇਸ ਕੈ, ਪ੍ਰਾਣੀ ਵੱਲ ਇਸ਼ਾਰਾ ਕਰਦੇ ਹਨ, ਮਨੁੱਖ ਵੱਲ, ਕਿ ਇਹਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਹੈ। ਸੱਚੇ ਪਾਤਸ਼ਾਹ ਉਹ ਕਿਹੜੀ ਸੋਚ ਵਿਚਾਰ ਹੈ ਜਿਹੜੀ ਇਸ ਬੰਦੇ ਦੇ ਹੱਥ ਵਿੱਚ ਹੈ? ਕੁਝ ਵੀ ਨਹੀਂ ਹੈ। ਸਾਰੇ ਦਾ ਸਾਰਾ ਕੰਟਰੋਲ ਹੈ ਜਿਹੜਾ ਉਹ ਪ੍ਰਭੂ ਦੇ ਹੱਥ ਦੇ ਵਿੱਚ ਹੀ ਹੈ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ। ਜਿਸ ਤਰ੍ਹਾਂ ਉਹ ਨਿਗਾਹ ਧਾਰਦਾ ਹੈ ਪਰਮਾਤਮਾ, ਉਸੇ ਤਰ੍ਹਾਂ ਦਾ ਬੰਦਾ ਹੋ ਜਾਂਦਾ ਹੈ। ਬੰਦਾ ਚੰਗਾ ਬਣਦਾ ਹੈ, ਮਾੜਾ ਬਣਦਾ ਹੈ ਆਪਣੇ ਕਰਮਾਂ ਦੇ ਨਾਲ, ਅਤੇ ਜਦੋਂ ਮਾੜੇ ਤੋਂ ਫਿਰ ਚੰਗਾ ਬਣਦਾ ਹੈ ਤਾਂ ਪ੍ਰਭੂ ਦੀ ਕਿਰਪਾ ਦੇ ਨਾਲ, ਗੁਰ ਪ੍ਰਸ਼ਾਦ, ਪ੍ਰਭੂ ਦੀ ਮਿਹਰ ਦੇ ਨਾਲ ਫਸਿਆ ਹੋਇਆ ਮੁੜ ਕੇ ਨਿਕਲ ਸਕਦਾ ਹੈ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ। ਜੇ ਉਹ ਚਾਹੇ ਮੁੜ ਕੇ ਆਪਣੇ ਗਲ ਨਾਲ ਲਗਾ ਸਕਦਾ ਹੈ। ਆਪੇ ਆਪ ਪ੍ਰਭ ਸੋਏ। ਉਹ ਮਾਲਕ, ਆਪਣੇ ਆਪ ਦਾ ਮਾਲਕ, ਸਾਰਾ ਕੁਝ ਆਪ ਹੀ ਹੈ। ਉਹਨੂੰ ਕਿਸੇ ਤੋਂ ਸਲਾਹ ਲੈਣ ਦੀ ਲੋੜ ਨਹੀਂ ਹੈ। ਉਹਦੀ ਸਲਾਹ ਹੀ ਫਾਈਨਲ ਹੈ। ਜੋ ਕਿਛ ਕੀਨੋ ਸੋ ਆਪਣੇ ਰੰਗ, ਉਹਦੀ ਮਰਜ਼ੀ ਹੈ। ਜਿਹੜਾ ਕੁਝ ਉਹਨੇ ਕੀਤਾ ਹੈ ਜਾਂ ਕਰਨਾ ਹੈ ਨਿਰੰਕਾਰ ਨੇ, ਉਹਦੀ ਆਪਣੀ ਇੱਛਾ ਹੈ। ਉਹਦਾ ਕੋਈ ਸ਼ਰੀਕ ਨਹੀਂ ਹੈ ਅਤੇ ਨਾ ਹੀ ਉਹਨੂੰ ਕੋਈ ਸਲਾਹ ਦਿੰਦਾ ਹੈ। ਸਾਰੇ ਪਾਸੇ ਉਹੀ ਪਸਰਿਆ ਹੋਇਆ ਹੈ। ਦੂਰ ਵੀ ਉਹੀ ਹੈ, ਨੇੜੇ ਵੀ ਉਹੀ ਹੈ। ਸਭ ਤੇ ਦੂਰ ਸਭੂ ਕੈ ਸੰਗ, ਇੱਕੋ ਹੀ ਸਮੇਂ ਸਾਰਿਆਂ ਤੋਂ ਦੂਰ ਵੀ ਹੈ, ਸਾਰਿਆਂ ਦੇ ਨੇੜੇ ਵੀ ਹੈ। ਆ ਜਿਹੜੇ ਅਸੀਂ ਪੁਲਾੜ ਦੇ ਵਿੱਚ ਤਾਰੇ, ਪਲੈਨਟਸ ਦੇਖਦੇ ਹਾਂ, ਬਹੁਤ ਦੂਰ ਤੱਕ ਨਜ਼ਰ ਮਾਰਦੇ ਹਾਂ ਹਨੇਰੀ ਰਾਤ ਦੇ ਵਿੱਚ, ਤਾਂ ਸਾਡੀਆਂ ਛੋਟੀਆਂ ਛੋਟੀਆਂ ਅੱਖਾਂ ਨੂੰ ਦੂਰ ਤੱਕ ਲਾਈਟਾਂ ਹੀ ਲਾਈਟਾਂ ਨਜ਼ਰ ਆਉਂਦੀਆਂ ਹਨ। ਦੀਵੇ, ਜਿਵੇਂ ਕਰੋੜਾਂ ਦੀ ਗਿਣਤੀ ਦੇ ਵਿੱਚ ਦੀਵੇ ਬਲਦੇ ਹੋਣ। ਇਹ ਸਾਰੇ ਦੇ ਸਾਰੇ ਚੱਲਦੇ ਫਿਰਦੇ ਪਲੈਨਟ ਹੈ। ਕੋਈ ਵੱਡਾ ਕੋਈ ਛੋਟਾ ਹੈ। ਸੂਰਜ ਵਰਗੇ ਜਿਹੜੇ ਪਲੈਨਟ ਹੈ, ਜਿਹੜੇ ਅੱਗ ਦੇ ਨਾਲ ਤਪ ਰਹੇ ਹਨ, ਉਹਨਾਂ ਦੀ ਰੌਸ਼ਨੀ ਦੇ ਨਾਲ ਇਹ ਦੀਵੇ ਜਗਦੇ ਹਨ। ਸੱਚੇ ਪਾਤਸ਼ਾਹ ਅਪਾਰ ਕਿਰਪਾ ਕਰਦੇ ਹਨ ਪਹਿਲੇ ਜਾਮੇ ਦੇ ਵਿੱਚ ਗੁਰੂ ਨਾਨਕ ਸਾਹਿਬ, ਕਿ ਸਾਡੀ ਧਰਤੀ ਵਰਗੀਆਂ ਲੱਖਾਂ ਕਰੋੜਾਂ ਧਰਤੀਆਂ ਹੋਰ ਨੇ। ਇਹ ਸੀਮਤ ਨਹੀਂ ਹੈ, ਅਸੀਮਤ ਹੈ। ਇਹ ਕਾਲ ਨਹੀਂ ਹੈ, ਇਹ ਆਕਾਲ ਹੈ। ਇਹ ਐਂਡ ਨਹੀਂ ਹੈ, ਇਹ ਫਾਰ ਐਵਰ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਕਿ ਦੂਰੀਆਂ ਦੀ ਦੂਰੀ, ਜੇ 1 ਘੰਟਾ ਅਸੀਂ ਦੂਰ ਤੋਂ ਦੂਰ ਕਹੀ ਚੱਲੀਏ ਤਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ। ਜੇ ਅਸੀਂ ਨੇੜੇ ਤੋਂ ਨੇੜੇ, ਨੇੜੇ ਤੋਂ ਨੇੜੇ ਕਹੀ ਚੱਲੀਏ,
ਇਹ ਵੀ ਕੋਈ ਉਹਦੇ ਉੱਤੇ ਫਰਕ ਨਹੀਂ ਪੈਂਦਾ। ਉਹ ਨੇੜੇ ਤੋਂ ਨੇੜੇ ਹੈ, ਆਪ ਹੀ ਹੈ, ਅਤੇ ਦੂਰ ਤੋਂ ਦੂਰ ਹੈ, ਸਾਰਿਆਂ ਦੇ ਵਿੱਚ ਇੱਕੋ ਸਮੇਂ ਵੱਸ ਰਿਹਾ ਹੈ। ਬੂਝੈ ਦੇਖੇ ਕਰੇ ਵਿਵੇਕ, ਸਮਝ ਲੈਂਦਾ ਉਹ ਆਪ, ਦੇਖਦਾ ਹੈ, ਅਤੇ ਫਿਰ ਅਕਲ ਦੇ ਨਾਲ, ਵਿਵੇਕਤਾ ਦੇ ਨਾਲ, ਆਪਣੀ ਜੱਜਮੈਂਟ ਦੇ ਨਾਲ ਉਹ ਆਪਣੀ ਮਰਜ਼ੀ ਨਾਲ ਕੰਮ ਕਰਦਾ ਹੈ। ਕੋਈ ਵੀ ਉਹਨੂੰ ਸਮਝਾਉਂਦਾ ਨਹੀਂ ਹੈ। ਇੱਕੋ ਹੀ ਸਮੇਂ, ਸੇਮ ਸਮੇਂ ਉਹ ਸਮਝ ਲੈਂਦਾ, ਦੇਖ ਲੈਂਦਾ ਅਤੇ ਨਿਰਣਾ ਕਰ ਦਿੰਦਾ ਹੈ। ਆਪੇ ਏਕ ਆਪੇ ਅਨੇਕ, ਬਹੁਤ ਹੀ ਪਿਆਰਾ ਸ਼ਬਦ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਰਤਿਆ। ਆਪੇ ਏਕ ਆਪੇ ਅਨੇਕ, ਉਹਦਾ ਸੁਭਾਅ ਹੈ ਜਿਹੜਾ ਪ੍ਰਸਾਰਦਾ ਹੈ, ਪਰ ਨਾਲ ਹੀ ਉਹ ਜਿਹੜੀ ਆਪਣਾ ਇੱਕ ਓਂਕਾਰ ਹੈ ਉਹਨੂੰ ਨਹੀਂ ਛੱਡਦਾ। ਪਾਰੇ ਦੀ ਤਰ੍ਹਾਂ, ਜਿਸ ਤਰ੍ਹਾਂ ਪਾਰੇ ਦਾ ਸੁਭਾਅ ਹੈ ਕਿ ਜੇ ਕਿਤੇ ਉਹ ਟੁੱਟ ਜਾਵੇ ਤਾਂ ਉਹ ਅਨੇਕਾਂ ਤੋਂ ਅਨੇਕਾਂ ਦਿਸ਼ਾਵਾਂ ਨੂੰ ਫੈਲਦਾ ਹੈ। ਬੇਸ਼ੁਮਾਰ ਫਲਾਹ, ਇਸੇ ਤਰ੍ਹਾਂ ਪ੍ਰਭੂ ਦੀ ਮਰਜ਼ੀ ਹੈ, ਉਹ ਇੱਕ ਵੀ ਅਤੇ ਅਨੇਕ ਵੀ ਇੱਕੋ ਸਮੇਂ ਹੋ ਸਕਦਾ ਹੈ। ਮਰੇ ਨਾ ਬੈਂਸੈ, ਆਵੇ ਨਾ ਜਾਏ, ਮਰਨਾ ਜਨਮਣਾ ਉਹਦਾ ਸੁਭਾਅ ਨਹੀਂ ਹੈ। ਉਹ ਮਾਤਾ ਦੇ ਗਰਭ ਦੇ ਵਿੱਚ ਨਹੀਂ ਆਉਂਦਾ, ਸਗੋਂ ਉਹ ਕ੍ਰੀਏਟ ਕਰਦਾ ਹੈ ਆਪਣੇ ਰੂਪਾਂ ਨੂੰ, ਆਪਣੀ ਕੁਦਰਤ ਨੂੰ ਬਣਾਉਂਦਾ ਹੈ ਅਤੇ ਉਹਨੂੰ ਪਾਲਦਾ ਹੈ, ਫਿਰ ਉਹਨੂੰ ਮਿਟਾਉਂਦਾ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇੱਕ ਤੋਂ ਤਿੰਨ, ਤਿੰਨਾਂ ਤੋਂ ਅਨੇਕ, ਇਹ ਉਹਦੀ ਖੇਡ ਹੈ। ਜਦੋਂ ਪ੍ਰਾਣੀ ਨੇ ਵਾਪਸ ਆਉਣਾ, ਪ੍ਰਾਣੀ ਦਾ ਸੁਭਾਅ ਹੈ ਜਿਹੜਾ ਉਹ ਵੀ ਪਾਰੇ ਦੇ ਸਮਾਨ ਅਨੇਕਾਂ 'ਚ ਫੈਲਿਆ ਹੋਇਆ ਹੈ। ਜਦੋਂ ਉਹਨੇ ਪ੍ਰਭੂ ਦੇ ਵਿੱਚ ਸਮਾਉਣਾ ਹੈ, ਮੋਕਸ਼ ਪ੍ਰਾਪਤ ਕਰਨਾ, ਜਿਹਨੂੰ ਅਸੀਂ ਸਵਰਗ ਕਹਿ ਦਿੰਦੇ ਹਾਂ, ਪ੍ਰਭੂ ਦਾ ਸਾਥ, ਪ੍ਰਭੂ ਦਾ ਸੰਗ ਤਾਂ ਹਮੇਸ਼ਾ ਹੀ ਕਰਦਾ ਹੈ, ਪਰ ਜਦੋਂ ਉਹਦੇ ਵਿੱਚ ਹੀ ਮਰਜ ਹੋ ਜਾਣਾ ਹੈ ਤਾਂ ਉਹਨੂੰ ਅਨੇਕਾਂ ਤੋਂ ਤਿੰਨ, ਤਿੰਨਾਂ ਤੋਂ ਫਿਰ ਇੱਕ, ਇਹੀ ਰਸਤੇ ਦੇ ਨਾਲ ਉਹਨੂੰ ਵਾਪਸ ਆਉਣਾ ਪਵੇਗਾ। ਜਿਸ ਤਰ੍ਹਾਂ ਪ੍ਰਭੂ ਦਾ ਸੁਭਾਅ ਹੈ ਆਪੇ ਏਕ ਆਪੇ ਅਨੇਕ, ਉਸੇ ਤਰ੍ਹਾਂ ਹੀ ਪ੍ਰਾਣੀ ਨੂੰ ਉਹਨੇ ਬਣਾਇਆ ਹੈ। ਨਾ ਕਦੇ ਉਹ ਮਰਦਾ ਹੈ ਅਤੇ ਨਾ ਮਾਤਾ ਦੇ ਗਰਭ 'ਚ ਕਦੇ ਆਉਂਦਾ ਹੈ। ਨਾਨਕ ਸਦ ਹੀ ਰਿਹਾ ਸਮਾਏ, ਹਮੇਸ਼ਾ ਹੀ ਹੈ। ਉਹ ਸਾਰਿਆਂ ਦੇ ਅੰਦਰ ਸਮੋਇਆ ਹੋਇਆ ਹੈ, ਪਰ ਮਨ ਮੁਖਤਾ ਕਰਕੇ ਇਨਸਾਨ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਇਨਸਾਨ ਦੇ ਵਿੱਚ ਇੱਕ ਭੁਲੇਖਾ ਹੈ ਕਿ ਜੋ ਕੁਝ ਵੀ ਮੈਂ ਹੀ ਹਾਂ। ਉਹਦੀ ਮੈਂ ਪ੍ਰਭੂ ਦੇ ਅੱਗੇ ਉਹਨੂੰ ਹਾਰਨ ਨਹੀਂ ਦਿੰਦੀ। ਜਿੰਨੀ ਦੇਰ ਪ੍ਰਾਣੀ ਹਾਰਦਾ ਨਹੀਂ, ਆਪਣੇ ਆਪ ਨੂੰ ਮਿਟਾਉਂਦਾ ਨਹੀਂ, ਉਹ ਵੀ ਬਿਲਕੁਲ ਹੀ। ਅਸੀਂ ਆਮ ਤੌਰ 'ਤੇ ਧਾਰਮਿਕ ਸਥਾਨਾਂ ਉੱਤੇ ਜਾਂਦੇ ਹਾਂ, ਬੜੀ ਸ਼ਰਧਾ ਦੇ ਨਾਲ ਕੰਮ ਧੰਦਾ ਛੱਡ ਕੇ ਆਪਣੇ ਅਕੀਦੇ ਦੇ ਮੁਤਾਬਕ ਰਿਸਪੈਕਟ ਕਰਦੇ ਹਾਂ, ਜ਼ਿਆਦਾਤਰ ਹੱਥ ਜੋੜਦੇ ਹਾਂ, ਫਿਰ ਸਿਰ ਨੂੰ ਨਿਵਾਉਂਦੇ ਹਾਂ, ਕਈ ਵਾਰ ਧਰਤੀ ਉੱਤੇ ਰਗੜਦੇ ਹਾਂ, ਨੱਕ ਮਸਤਕ ਧਰਤੀ ਦੇ ਨਾਲ ਲਗਾਉਂਦੇ ਹਾਂ।
ਇਹਦਾ ਸਾਰੇ ਦਾ ਭਾਵ ਹੀ ਇਹ ਹੈ ਕਿ ਮੇਰੇ ਵਿੱਚ ਕੁਝ ਬਚਿਆ ਨਹੀਂ ਹੈ। ਆਲ ਯੂਅਰਸ, ਸੱਚੇ ਪਾਤਸ਼ਾਹ ਮੇਰੇ ਜਿਹੜੇ ਹੱਥ ਨੇ ਉਹ ਵੀ ਡਾਊਨ ਨੇ, ਮੈਂ ਆਪ ਵੀ ਲੰਬਾ ਪਿਆ, ਮੇਰਾ ਦਿਮਾਗ ਹੈ ਜਿਹੜਾ ਸਿਰ ਹੈ ਉਹ ਵੀ ਤੇਰੇ ਚਰਨਾਂ 'ਚ ਝੁਕਿਆ ਹੋਇਆ ਹੈ। ਕਿਉਂਕਿ ਮਾਇਆ ਨੇ ਇਨਸਾਨ ਦੇ ਵਿੱਚ ਵੱਡੀ ਸ਼ਰਾਰਤ ਪਾਈ ਹੋਈ ਹੈ, ਚਲਾਕੀ ਪਾਈ ਹੋਈ ਹੈ। ਉਹ ਪੂਰਨ ਸਮਰਪਣ ਕਰਦਾ ਹੀ ਨਹੀਂ, ਉੱਥੇ ਵੀ ਆਪਣੇ ਆਪ ਨੂੰ ਬਚਾ ਲੈਂਦਾ ਹੈ। ਜਿਵੇਂ ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਕਿ ਅਸੀਂ ਪਾਠ ਕਰਵਾਇਆ, ਅਸੀਂ ਲੰਗਰ ਕਰਵਾਇਆ, ਅਸੀਂ ਮੱਥਾ ਟੇਕਣ ਗਏ, ਮੈਂ ਮੱਥਾ ਟੇਕਣ ਗਿਆ ਆਦਿ। ਅਸੀਂ ਉਹਦੀ ਕਿਰਪਾ ਨੂੰ ਹਮੇਸ਼ਾ ਹੀ ਭੁਲਾ ਦਿੰਦੇ ਹਾਂ। ਜੇ ਉਹਨੇ ਮਨ ਦੇ ਵਿੱਚ ਲੈ ਕੇ ਆਂਦਾ, ਉਹਦੇ ਦਰਸ਼ਨ ਕਰਨ ਨੂੰ ਜਾਣ ਦਾ ਇੱਕ ਫੁਰਨਾ, ਜਾਂ ਦੂਸਰੀ ਸੋਚ ਉਹਨੇ ਲੈ ਕੇ ਆਂਦੀ ਕਿ ਤੁਸੀਂ ਭੋਜਨ ਬਣਵਾਓ, ਸੇਵਾ ਕਰੋ, ਲੰਗਰ ਛਕਾਓ, ਇਹ ਸਾਰੀ ਉਹਦੀ ਹੀ ਲੀਲਾ ਹੈ। ਕਿਉਂਕਿ ਉਹ ਆਪ ਹੀ ਡੂਅਰ ਹੈ, ਆਪ ਹੀ ਕੰਮ ਹੈ, ਆਪੇ ਹੀ ਦੂਸਰਿਆਂ ਤੋਂ ਕਰਵਾਉਂਦਾ ਹੈ। ਜਦੋਂ ਅਸੀਂ ਆਪਣੇ ਆਪ ਨੂੰ, ਸੈਲਫ ਨੂੰ ਬਚਾ ਜਾਂਦੇ ਹਾਂ, ਪੂਰਨ ਤੌਰ 'ਤੇ ਸਮਰਪਣ ਨਹੀਂ ਕਰਦੇ, ਤਾਂ ਉਹਨੂੰ ਇਹ ਭਾਉਂਦਾ ਨਹੀਂ ਹੈ। ਕਿਉਂਕਿ ਪਹਿਲੇ ਪਾਤਸ਼ਾਹ ਨੇ ਬਰਾਗ ਦੇ ਵਿੱਚ ਰਹਿ ਕੇ ਜਦੋਂ ਫਾਈਨਲ ਆਪਣੇ ਆਪ ਨੂੰ ਸਮਰਪਣ ਕੀਤਾ, ਤਾਂ ਬੇਈ ਨਦੀ ਦੇ ਵਿੱਚ ਛਲਾਂਗ ਲਾ ਕੇ ਕੀਤਾ। ਪੂਰਨ ਤੌਰ 'ਤੇ ਦੁਨੀਆ ਨੇ ਇਹ ਸਮਝ ਲਿਆ ਕਿ ਨਾਨਕ ਡੁੱਬ ਗਿਆ, ਨਾਨਕ ਪਾਣੀ ਦੇ ਵਿੱਚ ਡੁੱਬ ਗਿਆ। ਜਦੋਂ 3 ਦਿਨਾਂ ਤੱਕ ਕੋਈ ਨਹੀਂ ਮੁੜ ਕੇ ਆਉਂਦਾ, ਖਾਸ ਕਰਕੇ ਪਾਣੀ ਦੇ ਵਿੱਚੋਂ, ਤਾਂ ਲੋਕ ਇਹ ਸੋਚਣ ਲੱਗ ਜਾਂਦੇ ਹਨ ਕਿ ਪ੍ਰਾਣੀ ਸੱਚਮੁੱਚ ਡੁੱਬ ਗਿਆ ਹੈ, ਅਤੇ ਉਹਦੀ ਡੈੱਡ ਬੋਡੀ ਲੱਭਣ ਲੱਗ ਜਾਂਦੇ ਹਨ। ਆਸ ਛੱਡ ਦਿੰਦੇ ਹਨ ਕਿ ਪਾਣੀ ਦੇ ਵਿੱਚ ਕੌਣ ਜਿਉਂਦਾ ਰਹਿ ਸਕਦਾ ਹੈ। ਪਰ ਇਹ ਅਲੌਕਿਕ ਘਟਨਾ ਜਿਹੜੀ ਸੱਚੇ ਪਾਤਸ਼ਾਹ ਨੇ ਰਚਾਈ, ਸਹੀ ਸਲਾਮਤ ਤੀਜੇ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪ੍ਰਗਟ ਹੋਏ, ਮਰਦਾਨੇ ਨੂੰ ਮਿਲੇ, ਇੱਕੋ ਹੀ ਰੱਟ, ਮੁੜ ਮੁੜ ਕੇ ਮੁਖਾਰਬਿੰਦ ਤੋਂ ਇਹੀ ਸ਼ਬਦ, ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਪੂਰਾ ਸਮਰਪਣ ਕਰਕੇ ਆਪਣੇ ਆਪ ਨੂੰ ਪਹਿਲੇ ਨਾਨਕ ਨੂੰ ਮਿਟਾ ਕੇ ਦੂਜਾ ਨਾਨਕ ਬਣੇ। ਸਾਨੂੰ ਇਹ ਵਿਧੀ ਸਮਝਾਈ ਵੀ ਕੁਝ ਵੀ ਪੁਰਾਣਾ ਨਹੀਂ ਰੱਖਣਾ, ਆਪਣੇ ਮਨ ਨੂੰ ਬਿਲਕੁਲ 0 ਤੱਕ ਮਾਰ ਦੇਣਾ ਹੈ ਅਤੇ ਪ੍ਰਭੂ ਨੂੰ ਸਮਰਪਣ ਕਰਨਾ ਹੈ। ਸਿੱਖੀ ਸ਼ੁਰੂ ਹੀ ਮਰਨ ਤੋਂ ਹੁੰਦੀ ਹੈ। ਸ਼ੁਰੂਆਤ, ਪਹਿਲੀ ਕਦਮ ਹੈ ਜਿਹੜਾ, ਉਹ ਈਗੋ ਨੂੰ ਮਾਰਨ ਦਾ ਹੀ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਜਦ ਤੇਰੇ ਹੱਥ ਦੇ ਵਿੱਚ ਪ੍ਰਾਣੀ ਕੁਝ ਹੈ ਹੀ ਨਹੀਂ, ਤੂੰ ਬੜਾ ਕਮਜ਼ੋਰ ਹੈ। ਪ੍ਰਭੂ ਬਹੁਤ ਵੱਡਾ ਹੈ। ਇੱਕ ਬੂੰਦ ਦਾ ਸਮੁੰਦਰ ਦੇ ਨਾਲ ਕੀ ਮੁਕਾਬਲਾ। ਵਿਚਾਰੀ ਬੂੰਦ ਜੇ ਉਹ ਮੁਕਾਬਲਾ ਕਰਦੀ ਹੈ ਸਮੁੰਦਰ ਦੇ ਨਾਲ, ਤਾਂ ਹਾਸੋਹੀਣੀ ਗੱਲ ਹੈ। ਜੇ ਉਹ ਇਹ ਪ੍ਰਵਾਨ ਕਰ ਲਵੇ ਕਿ ਜਿਹੜਾ ਇੰਨਾ ਸ਼ਕਤੀਸ਼ਾਲੀ ਸਮੁੰਦਰ ਹੈ, ਵਿਰਾਟ ਹੈ, ਮਹਾਨ ਹੈ, ਮੈਂ ਉਹਦਾ ਇੱਕ ਹਿੱਸਾ ਹਾਂ, ਮੈਨੂੰ ਇਹ ਮਾਣ ਮਿਲਿਆ ਹੈ ਕਿ ਮੈਂ ਉਹਦਾ ਹੀ ਰੂਪ ਹਾਂ, ਉਹਦੀ ਹੀ ਅੰਸ਼ ਹਾਂ। ਇਹ ਕਿਰਪਾ, ਗੁਰਪ੍ਰਸਾਦ ਜੇ ਉਹਨੂੰ ਮਿਲ ਜਾਵੇ ਸਮੁੰਦਰ ਵੱਲੋਂ, ਉਹਨੂੰ ਹੋਰ ਕੀ ਚਾਹੀਦਾ। ਉਹਦੀ ਜ਼ਿੰਦਗੀ, ਉਹਦਾ ਮੋਕਸ਼ ਸਮੁੰਦਰ ਦੇ ਨਾਲ ਜੁੜਿਆ ਹੋਇਆ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਪ੍ਰਾਣੀ ਇੱਕ ਪਾਸੇ ਤੇਰੇ
ਬਹੁਤ ਹੀ ਸੋਹਣੇ ਰੰਗਾਂ ਦੀ ਮਾਇਆ ਹੈ। ਦੂਜੇ ਪਾਸੇ ਪ੍ਰਭੂ ਆਪ ਹੈ, ਸਾਖਸ਼ਾਤ ਹੈ, ਜਿਹਨੇ ਤੈਨੂੰ ਇਸ ਜੀਵਨ ਦੇ ਵਿੱਚ ਭੇਜਿਆ ਹੈ ਕਿ ਤੂੰ ਜਾ ਕੇ ਖੱਟ ਕੇ ਲੈ ਆ। ਇਮਤਿਹਾਨ ਤੇਰਾ ਬੜਾ ਸਾਦਾ ਹੈ, ਸਿੰਪਲ ਟੈਸਟ ਹੈ, ਪਾਸ ਕਰਿਆ। ਚੁਗਲੀ ਨਿੰਦਿਆ ਤੋਂ ਆਪਣੇ ਆਪ ਨੂੰ ਬਚਾ ਕੇ ਗੁਰੂ ਸਾਹਿਬਾਨ ਦੇ ਚਰਨਾਂ ਨੂੰ ਸਪਰਸ਼ ਕਰਕੇ ਆਪਣਾ ਮਨ ਬਣਾ ਲੈ ਕਿ ਮੈਂ ਤੇਰਾ, ਤੇ ਤੋਂ ਬਿਨਾਂ ਮੇਰਾ ਕੁਝ ਵੀ ਨਹੀਂ। ਤੂੰ ਆਪ ਹੀ ਹੈ ਪ੍ਰਭੂ। ਜਿਸ ਤਰ੍ਹਾਂ ਤੇਰੀ ਨਜ਼ਰ ਮੇਰੇ ਉੱਤੇ ਹੋਵੇਗੀ। ਗੁਰੂ ਪਿਆਰਿਓ, ਆਪਾਂ ਇੱਕ ਵੇਰ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਕਰਨ ਕਰਾਵਣ ਕਰਨੇ ਹਾਰ, ਦਾ ਡੂਅਰ and the promoter is the creator alone. इसके हाथ कहाँ विचार, what is that deliberation which in this man's hand? He is the soul in charge of everything, all universes, known and unknown. And he is a doer himself. He don't need no advisor, no consultant. He makes all his decision on his creation. Nothing is in hand of human being. जैसी दृष्ट करे तैसा होए. As is the glance God does so, man cannot do anything. Whatever comes to his mind, to God's mind, that happens. Ape aap prabh soe. That master is all by himself. जो कुछ कीनो सो अपने रंग. Whatever he has done, that is according to his pleasure. He enjoys his creation. He becomes happy when he looks on his own creation. He likes the different sizes, shapes, colors of his creation. Sab te dur sabhu kੈ sang. He is far from all. At the same time, he is with all same time. He is far from all and yet with all. Bujhe dekhe kare vichar. He understands, beholds, and make his own judgment. Ape ek, ape anek. He is himself alone, one, and he is himself many. Same time, he is one and many. Mare na bensai, ave na jaye. He neither dies nor perishes, and neither he comes nor goes. God never comes to mother's mom, but his creation is, where he prevails in his creation. But he maintains his oneness, same time when he is creating his creation to come and go. Nanak sad hi reha samaye, always. Nanak, he ever remains among all the time, prevail in all, same time, in one and in many. How wonderful theory is. He is everywhere, far and close, in creation, and he maintains his oneness same time. ਗੁਰੂ ਪਿਆਰਿਓ, ਸੱਚੇ ਪਾਤਸ਼ਾਹ
ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਅਕਾਲ ਪੁਰਖ ਦੀ ਪਰਿਭਾਸ਼ਾ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਸਾਨੂੰ ਸਮਝਾਈ ਹੈ। ਇਨਸਾਨ ਨੂੰ ਇਹ ਸਮਝਾਇਆ ਹੈ ਕਿ ਤੇਰੇ ਵਿੱਚ ਉਹ ਵੱਸਦਾ ਹੈ ਜਿਹੜਾ ਬਹੁਤ ਹੀ ਸ਼ਕਤੀਸ਼ਾਲੀ ਹੈ। ਤੈਨੂੰ ਮਾਣ ਹੋਣਾ ਚਾਹੀਦਾ ਪ੍ਰਾਣੀ ਕਿ ਤੂੰ ਉਹਦੇ ਵਿੱਚੋਂ ਵਿਛੜਿਆ ਹੋਇਆ ਤੁਛ ਹੈ। ਵਿਰਾਟ ਰੂਪ, ਅਨੇਕ ਰੂਪ, ਇੱਕ ਰੂਪ ਵਾਲਾ ਪ੍ਰਭੂ ਤੈਨੂੰ ਪਿਆਰ ਕਰਦਾ ਹੈ। ਜੋ ਕੁਝ ਤੂੰ ਕਰਦਾ ਹੈ ਪ੍ਰਾਣੀ, ਦਰਅਸਲ ਉਹੀ ਕਰ ਰਿਹਾ ਹੈ। ਤੂੰ ਹਮੇਸ਼ਾ ਆਪਣੀ ਮੈਂ ਨੂੰ ਅੱਗੇ ਰੱਖ ਕੇ ਕਰਾਵਣ ਵਾਲਾ ਬਣ ਜਾਂਦਾ ਹੈ, ਕਰਨੇ ਵਾਲਾ ਬਣ ਜਾਂਦਾ ਹੈ, ਡੂਅਰ ਬਣ ਜਾਂਦਾ ਹੈ, ਕੰਮ ਵੀ ਆਪ ਹੀ ਬਣ ਜਾਂਦਾ ਹੈ। ਤੂੰ ਉਹਦੀ ਰੀਸ ਕਰਦਾ ਹੈ। ਹੂ ਬਹੂ ਤੂੰ ਆਪਣੇ ਪਰਮ ਪਰਮੇਸ਼ਰ ਦੀ ਰੀਸ ਕਰਦਾ ਹੈ। ਜਿੱਥੇ ਤੂੰ ਫਸ ਜਾਂਦਾ ਹੈ, ਤੇਰੀ ਸਮਰੱਥਾ ਨਹੀਂ ਹੈ। ਸਿਰਫ ਤੇ ਸਿਰਫ ਉਹਦੀ ਸਮਰੱਥਾ ਹੈ ਕ੍ਰੀਏਸ਼ਨ ਨੂੰ ਕ੍ਰੀਏਟ ਕਰਨ ਦੀ। ਤੇਰੇ ਹੱਥ ਕੀ ਹੈ ਭੋਲਿਆ? ਯੂ ਡੋਂਟ ਹੈਵ ਐਨੀਥਿੰਗ ਇਨ ਯੂਰ ਹੈਂਡ। ਤੇਰੇ ਹੱਥ ਦੇ ਵਿੱਚ ਸੋਚ ਕੇ ਦੇਖ ਲੈ, ਵਿਚਾਰ ਕਰਕੇ ਦੇਖ ਲੈ, ਤੇਰੇ ਹੱਥ ਵਿੱਚ ਕੁਝ ਵੀ ਨਹੀਂ। ਜਿਹੜੀ ਨਜ਼ਰ ਅਕਾਲ ਪੁਰਖ ਕਰਦਾ, ਕੋਈ ਗਰੀਬ ਹੈ ਉਹਨੂੰ ਬਾਦਸ਼ਾਹ ਬਣਾ ਦਿੰਦਾ ਹੈ, ਕੋਈ ਬਾਦਸ਼ਾਹ ਹੈ ਉਹਨੂੰ ਮੰਗਣ ਲਾ ਦਿੰਦਾ ਹੈ। ਉਹਦੀ ਲੀਲਾ ਚਾਰੇ ਪਾਸੇ ਚੱਲ ਰਹੀ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਤੈਨੂੰ ਸਮਝਾਉਂਦੇ ਹਨ, ਪ੍ਰਾਣੀ ਤੂੰ ਇਹ ਐਕਸੈਪਟ ਕਰ ਲੈ ਕਿ ਸਾਰੇ ਪਾਸੇ ਤੇਰਾ ਮਾਸਟਰ ਹੀ ਹੈ, ਉਹਦਾ ਹੀ ਪਸਾਰਾ ਹੈ। ਉਹ ਆਪਣੇ ਰੰਗ ਦੇ ਵਿੱਚ ਆਪਣੇ ਪਿਆਰਿਆਂ ਨੂੰ ਰੰਗ ਦਿੰਦਾ ਹੈ, ਜਾਂ ਪੂਰਬਲੇ ਕਰਮਾਂ ਦੀ ਸਜ਼ਾ ਭੋਗਦੇ ਹੋਏ ਪ੍ਰਾਣੀ ਦੂਰ ਚਲੇ ਜਾਂਦੇ ਹਨ। ਕੋਈ ਨੇੜੇ ਆ ਜਾਂਦਾ ਹੈ, ਕੋਈ ਦੂਰ ਚਲੇ ਜਾਂਦਾ ਹੈ। ਇਹ ਕਿਰਿਆ ਚੱਲਦੀ ਰਹਿੰਦੀ ਹੈ। ਜੇ ਤੂੰ ਇਹ ਐਕਸੈਪਟ ਕਰ ਲਵੇਂ ਕਿ ਜੋ ਕੁਝ ਕਰਦਾ ਤੂੰ ਹੀ ਕਰਦਾ ਹੈ, ਮੈਂ ਤਾਂ ਕੁਝ ਵੀ ਨਹੀਂ ਹਾਂ, ਦੂਰ ਵੀ ਤੂੰ ਹੀ ਹੈ, ਨੇੜੇ ਵੀ ਤੂੰ ਹੀ ਹੈ, ਮੇਰੇ ਸੰਗ ਵੀ ਤੂੰ ਹੀ ਹੈ। ਉਹ ਸਮਰੱਥ ਹੈ ਮੇਰੇ ਸੁਆਮੀ। ਤੂੰ ਜਿਹੜਾ ਸੋਚਦਾ ਹੈ ਉਹ ਕਰ ਦਿਖਾਉਂਦਾ ਹੈ। ਬੇਸ਼ੱਕ ਤੂੰ ਇੱਕ ਹੈ, ਪਰ ਜਿਹੜੀ ਅਨੇਕਤਾ ਤੈਂ ਪੈਦਾ ਕੀਤੀ ਹੈ ਉਹਦੇ ਵਿੱਚ ਵੀ ਤੂੰ ਸ਼ਾਕ ਵਸਦਾ ਹੈ। ਤੂੰ ਬੇਅੰਤ ਨੂੰ ਪੈਦਾ ਕਰਨ ਵਾਲਾ ਹੈ। ਉਸੇ ਸਮੇਂ ਹੀ ਤੂੰ ਇੱਕ ਹੈ, ਇੱਕ ਓਂਕਾਰ ਹੈ, ਸਤਿਨਾਮ ਹੈ। ਤੇਰਾ ਵਿਨਾਸ਼ ਕਦੇ ਹੁੰਦਾ ਵੀ ਨਹੀਂ, ਤੂੰ ਸਦਾ ਹੀ ਹੈ। ਆਪਣੀ ਮਰਜ਼ੀ ਦੇ ਨਾਲ ਹੀ ਆਪਣੀ ਅਨੇਕਤਾ ਨੂੰ ਘਟਾ ਲੈਂਦਾ ਹੈ, ਵਧਾ ਲੈਂਦਾ ਹੈ। ਦੂਰ ਦੇ ਸਿਰੇ ਉੱਤੇ ਵੀ ਤੂੰ ਹੈ, ਨੇੜੇ ਤੋਂ ਨੇੜੇ ਦੇ ਸਿਰੇ 'ਤੇ ਵੀ ਤੂੰ ਬਿਰਾਜਮਾਨ ਹੈ। ਪ੍ਰਾਣੀ ਦੇ ਹੱਥ ਵਿੱਚ ਕੁਝ ਨਹੀਂ ਪ੍ਰਭੂ, ਉਹ ਤਾਂ ਤੇਰੇ ਚਰਨਾਂ ਦਾ ਸੇਵਕ ਹੈ। ਧੂੜ ਹੈ ਤੇਰੇ ਚਰਨਾਂ ਦੀ। ਤੇਰੀ ਮਿਹਰ ਨਾਲ
ਤੇਰੀ ਕਿਰਪਾ ਦੇ ਨਾਲ ਉਹ ਤੇਰੇ ਵਿੱਚ ਸਮਾ ਸਕਦਾ ਹੈ, ਤੇਰਾ ਹੀ ਰੂਪ ਬਣ ਸਕਦਾ ਹੈ। ਗੁਰੂ ਪਿਆਰਿਓ, ਅਜੋਕੀ ਦੁਨੀਆ ਦੇ ਵਿੱਚ, ਅੱਜ ਦੇ ਸੰਸਾਰ ਦੇ ਵਿੱਚ ਦੁਨੀਆ ਦੀਆਂ ਦੂਰੀਆਂ ਮੁੱਕ ਗਈਆਂ ਹਨ। ਇਨਸਾਨ ਬਹੁਤ ਨੇੜੇ ਆ ਚੁੱਕਿਆ ਹੈ ਇੱਕ ਦੂਜੇ ਦੇ। ਝੂਠ ਬੋਲਣ ਦੀ ਗੁੰਜਾਇਸ਼ ਨਹੀਂ ਰਹਿ ਗਈ। ਸਭ ਕੁਝ ਪਰਦੇ ਦੇ ਉੱਤੇ, ਕੰਪਿਊਟਰ ਦੇ ਉੱਤੇ ਗਿਣਿਆ ਮਿਣਿਆ ਜਾਂਦਾ ਹੈ। ਲਕੋ ਖਤਮ ਹੋ ਚੁੱਕਿਆ ਹੈ। ਜਿੰਨਾ ਇਹ ਸਹੂਲਤ ਭਰਿਆ ਹੋਇਆ ਯੁੱਗ ਇਨਸਾਨ ਨੇ ਸਿਰਜਿਆ ਹੈ, ਓਨਾ ਹੀ ਉਹਦੇ ਲਈ ਇਹ ਕਾਹਲੀ ਵਾਲਾ, ਬੇਚੈਨੀ ਵਾਲਾ ਇਰਾ ਆਇਆ ਹੋਇਆ ਹੈ, ਜਿਹਦੇ ਵਿੱਚ ਪ੍ਰਾਣੀ ਗਵਾਚ ਗਿਆ ਹੈ। ਨਾਲ ਹੀ ਪ੍ਰਾਣੀ ਨੇ ਕੁਦਰਤ ਦੇ ਨਾਲ ਜਿਹੜਾ ਖਿਲਵਾੜ ਕਰਨਾ ਸ਼ੁਰੂ ਕੀਤਾ ਹੈ, ਆਪਣੀ ਮਰਜ਼ੀ ਦੇ ਨਾਲ। ਪ੍ਰਭੂ ਨੇ ਮੇਲ ਤੇ ਫੀਮੇਲ ਘੜੇ ਹਨ। ਆਪਣੀ ਰੀਪਰੋਡਕਸ਼ਨ ਦੇ ਲਈ ਇਹ ਇੱਕ ਪ੍ਰਯੋਜਨ ਬਣਾਇਆ ਹੈ ਕਿ ਇਹ ਸ੍ਰਿਸ਼ਟੀ ਚੱਲਦੀ ਰਹੇ, ਅੱਗੇ ਤੋਂ ਅੱਗੇ ਨਵੇਂ ਤੋਂ ਨਵੇਂ ਆਉਂਦੇ ਜਾਣ, ਪੁਰਾਣੇ ਤੁਰਦੇ ਜਾਣ, ਨਵੇਂ ਆਉਂਦੇ ਜਾਣ। ਇਹ ਮੇਲ ਤੇ ਫੀਮੇਲ ਦੀ ਪ੍ਰਕਿਰਿਆ ਹੀ ਹੈ, ਰੀਪਰੋਡਕਸ਼ਨ ਸਿਸਟਮ ਹੈ। ਜਦੋਂ ਇਨਸਾਨ ਬਹੁਤਾ ਸਿਆਣਾ ਹੋ ਕੇ ਉਹਦੇ ਦਖਲ ਦਿੰਦਾ ਹੈ ਸਿਸਟਮ ਦੇ ਵਿੱਚ, ਤਾਂ ਕੁਦਰਤ ਇਨਸਾਨ ਦੀ ਇਸ ਇਲਤ ਨੂੰ, ਸ਼ਰਾਰਤ ਨੂੰ ਪਸੰਦ ਨਹੀਂ ਕਰਦੀ, ਕਰੋਪ ਹੋ ਜਾਂਦੀ ਹੈ। ਜਿਵੇਂ ਕਿ ਅੱਜ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਹਨ, ਜਿਹੜੀਆਂ ਕਦੇ ਸਿਰਫ ਤੇ ਸਿਰਫ ਜਾਨਵਰਾਂ, ਪਸ਼ੂਆਂ, ਜੀਵਾਂ ਦੇ ਵਿੱਚ ਹੀ ਪੈਦਾ ਹੁੰਦੀਆਂ ਸਨ, ਜਾਂ ਪਾਣੀ ਦੇ ਜੀਵਾਂ ਦੇ ਵਿੱਚ ਪੈਦਾ ਹੁੰਦੀਆਂ ਸਨ। ਅੱਜ ਉਹ ਬਿਮਾਰੀਆਂ ਇਨਸਾਨ ਦੇ ਜਿਸਮ ਦੇ ਵਿੱਚ ਵੜ ਜਾਂਦੀਆਂ ਹਨ ਅਤੇ ਵਿਨਾਸ਼ ਵੱਲ ਨੂੰ, ਮਨੁੱਖਤਾ ਨੂੰ ਧਕੇਲ ਦਿੰਦੀਆਂ ਹਨ। ਕਿਉਂਕਿ ਇਨਸਾਨ ਨੇ ਆਪਣੇ ਲਿਮਟ ਪਾਰ ਕਰ ਦਿੱਤੇ। ਜਿੱਥੋਂ ਉਹਨੂੰ ਵਰਜਿਆ ਸੀ, ਉਹਦੇ ਪਾਰਖੂਆਂ ਨੇ ਉਹੀ ਕੰਮ ਉਹਨੇ ਕੀਤੇ। ਜਿੱਥੋਂ ਉਹਨੂੰ ਰੋਕਿਆ ਸੀ ਕਿ ਇਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਇਹ ਤੇਰਾ ਭੋਜਨ ਨਹੀਂ ਹੈ, ਉਹਨੇ ਜਾਣ ਬੁੱਝ ਕੇ ਉਹਨਾਂ ਨੂੰ ਚੜਾਇਆ, ਉਹਨਾਂ ਦੀ ਸਿਆਣਪਾਂ ਦਾ ਮਜ਼ਾਕ ਉਡਾਇਆ। ਕੁਦਰਤ ਦੇ ਲਿਮਟ ਹੈ ਜਿਹੜੇ ਪਾਰ ਕਰ ਦਿੱਤੇ, ਅਤੇ ਅੱਜ ਇਨਸਾਨ ਦੁੱਖ ਭੋਗ ਰਿਹਾ ਉਹਨਾਂ ਕਿਰਿਆਵਾਂ ਨੂੰ ਤੋੜ ਕੇ। ਅੱਜ ਵੀ ਜਾਰੀ ਹੈ, ਕਿਉਂਕਿ ਬੇਚੈਨੀ ਦੇ ਵਿੱਚ ਰਹਿੰਦਾ ਹੋਇਆ, ਜਦੋਂ ਉਹਨੂੰ ਪਤਾ ਹੀ ਨਹੀਂ ਚੱਲਦਾ, ਸਿਸਟਮ ਨੇ ਉਹਦੀ ਸੋਚਣ ਸ਼ਕਤੀ ਵਿਗਾੜ ਦਿੱਤੀ ਹੈ। ਉਹਦੇ ਵਿੱਚੋਂ ਸਬਰ, ਸੰਤੋਖ, ਠਹਿਰਾ ਮੁੱਕ ਗਿਆ, ਅਤੇ ਉਹ ਨਵੇਂ ਦਿਨ ਕੁਦਰਤ ਨੂੰ ਚੈਲੰਜ ਕਰ ਦਿੰਦਾ ਹੈ। ਬਿਮਾਰੀਆਂ ਦੇ ਇਲਾਜ, ਨਵੀਆਂ ਮੈਡੀਸਨਸ ਲੱਭਣਾ ਇੱਕ ਸੁਭਾਗ ਹੈ, ਵਰਦਾਨ ਹੈ ਪ੍ਰਭੂ ਵੱਲੋਂ ਕਿ ਤੂੰ ਖੋਜ ਕਰ ਵਧੀਆ ਤੋਂ ਵਧੀਆ ਜੀਵਨ,
ਸਿਹਤਮੰਦ ਹੋ ਕੇ ਬਤੀਤ ਕਰ। ਪਰ ਬਿਲਕੁਲ ਸੀਮਤ ਨਹੀਂ ਰਹਿੰਦਾ ਪ੍ਰਾਣੀ, ਸਿੱਧਾ ਉਹਦੀ ਕਿਰਿਆ ਦੇ ਵਿੱਚ ਦਖਲ ਦਿੰਦਾ ਹੈ। ਆਪਣੇ ਆਪ ਗਰਭ ਸਥਾਪਿਤ ਕਰਨ ਦੀ ਕਿਰਿਆ, ਸਿਲੈਕਸ਼ਨ ਵੀ ਆਪ ਹੀ ਕਰਦੀ ਹੈ। ਤੇ ਜੋ ਕੁਝ ਉਹਨੇ ਸਿਖਾਇਆ ਪ੍ਰੀਤਮ ਪਿਆਰੇ ਨੇ, ਉਹ ਤੋਂ ਲਾਹਾ ਲੈ ਕੇ ਇਹ ਇਨਸਾਨ ਅੱਗੇ ਵੱਧ ਗਿਆ, ਜਿਹੜਾ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਹੋਰ ਫਸਦਾ ਹੀ ਜਾ ਸਕਦਾ ਹੈ, ਕਿਉਂਕਿ ਆਪਣੇ ਆਪ ਨੂੰ ਇਹ ਕੁਦਰਤ ਦਾ ਹਿੱਸਾ ਨਹੀਂ ਮੰਨਦਾ। ਇਹਦੇ ਲਈ ਹਰ ਕੁਝ ਬਾਕੀ ਕੁਦਰਤ ਹੈ, ਤੇ ਇਹ ਪ੍ਰਾਣੀ ਆਪਣੇ ਆਪ ਨੂੰ ਬਚਾ ਕੇ ਬਾਹਰ ਰੱਖਦਾ ਹੈ, ਐਕਸਕਲੂਡ ਕਰ ਦਿੰਦਾ ਕਿ ਕੁਦਰਤ ਕੁਦਰਤ ਹੈ, ਰੱਬ ਰੱਬ ਹੈ, ਇਨਸਾਨ ਇਨਸਾਨ ਹੈ। ਜਦੋਂ ਕਿ ਸ਼ਾਖ ਸ਼ਾਖ ਪ੍ਰੀਤਮ ਪਿਆਰੇ ਨੇ ਐਵਰੀਥਿੰਗ ਐਲਸ ਉਹ ਤੋਂ ਬਿਨਾਂ ਆਪਣੀ ਕ੍ਰੀਏਸ਼ਨ ਦਾ ਹਿੱਸਾ ਹੀ ਮੰਨਿਆ ਹੈ। ਕੁਦਰਤ ਕਵਣ ਕਹਾਂ ਵਿਚਾਰ, ਬਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। 12ਵੀਂ ਅਸ਼ਟਪਦੀ ਤੇ 6ਵਾਂ ਪਦ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।